कबीर ने गोसाए बह गए, थांगी नाही कोय। दीन गरीबी अपनी, करते होए सहाय। वाहिगुरु जी का खालसा, वाहिगुरु जी की फतेह। ਸ਼੍ਰੋਮਣੀ ਭਗਤ ਸ੍ਰੀ ਕਬੀਰ ਜੀ ਦੇ ਸਲੋਕਾਂ ਵਿੱਚੋਂ 51 ਨੰਬਰ ਸਲੋਕ। ਕਬੀਰ ਨੇ ਗੁਸਾਏ ਬਹਿ ਗਏ, ਥਾਂਗੀ ਨਾਹੀ ਕੋਏ। ਕਬੀਰ ਜੀ ਕਥਨ ਕਰਦੇ ਹਨ ਕਿ ਨੇ ਗੁਸਾਏ ਅਰਥਾਤ ਨਖਸਮੇ ਜਾਂ ਨਗੁਰੇ ਸਨ ਜੋ ਜੀਵ, ਉਹ ਨਟਾਲ ਨਿਰਾਸ਼ ਜਾਂ ਮਯੂਸ ਹੋ ਕੇ ਬਹਿ ਗਏ, ਭਾਵ ਹੰਬ ਹਾਰ ਗਏ। ਨਗੁਰੇ ਹੋਣ ਦੇ ਨਾਤੇ ਉਹਨਾਂ ਦਾ ਥਾਂਗੀ ਅਰਥਾਤ ਦਸਤਗੀਰ ਬਾਂਹ ਫੜਨੇ ਵਾਲਾ ਜਾਂ ਫਿਰ ਦਿਲਾਸਾ ਦੇਣ ਵਾਲਾ ਵੀ ਕੋਈ ਨਹੀਂ, ਜਾਂ ਫਿਰ ਇਹਦਾ ਅਰਥ ਕੀਤਾ ਜਾਂਦਾ ਨੇ ਗੁਸਾਏ ਬਹਿ ਗਏ। ਜਿਹੜੇ ਨਖਸਮੇ ਜਾਂ ਨਗੋਰੇ ਸਨ ਉਹ ਰੁੜ ਗਏ, ਸੰਸਾਰ ਰੂਪੀ ਸਮੁੰਦਰ ਦੇ ਵਿੱਚ ਬਹਿ ਗਏ, ਅਰਥਾਤ ਬਹਿ ਗਏ ਵਹਿਣ ਦੇ ਵਿੱਚ। ਥਾਂਗੀ ਨਾਹੀ ਕੋਏ, ਔਰ ਉਹਨਾਂ ਦਾ ਥਾਂਗੀ ਜਿਹੜਾ ਮਲਾਹ ਨੂੰ ਵੀ ਕਹਿੰਦੇ ਨੇ, ਅਤੇ ਗੁਰੂ ਰੂ ਮਲਾਹ ਵੀ ਕੋਈ ਨਹੀਂ ਉਹਨਾਂ ਦੇ ਕੋਲ ਜਿਹੜਾ ਉਹਨਾਂ ਨੂੰ ਕੰਢੇ ਲਾ ਦਿੰਦਾ। ਮਹਾਰਾਜ ਕਹਿੰਦੇ ਦੀਨ ਗਰੀਬੀ ਆਪਣੀ, ਕਰਤੇ ਹੋਏ ਸਹਾਏ। ਦੀਨ ਗਰੀਬੀ ਆਪਣੀ, ਅਸੀਂ ਤਾਂ ਆਪਣੀ ਤਰਫੋਂ ਹੁਣ ਦੀਨਤਾ ਅਰਥਾਤ ਕੰਗਾਲੀ ਜਾਂ ਨਿਮਰਤਾ ਅਤੇ ਗਰੀਬੀ ਭਾਵ ਹਲੀਮੀ ਧਾਰਨ ਕੀਤੀ ਹੋਈ ਹੈ, ਅਤੇ ਕਰਤੇ ਹੋਏ ਸੋ ਹੋਏ। ਹੁਣ ਕਰਤੇ ਦੀ ਤਰਫੋਂ ਸਾਡੇ ਪਰਥਾਏ ਜੋ ਹੁੰਦਾ ਸੋ ਹੋਵੇ, ਅਰਥਾਤ ਉਸ ਦਾ ਹਰ ਇੱਕ ਚੋਜ ਜਾਂ ਵਰਤਾਰਾ ਸਾਨੂੰ ਪ੍ਰਵਾਨ ਹੀ ਪ੍ਰਵਾਨ ਹੈ ਜੀ। ਕਬੀਰ ਬੈਸਨਾ ਕੀ ਕੂਕਰ ਭਲੀ, ਸਾਕਤ ਕੀ ਬੁਰੀ ਮਾਏ। ਉਹ ਨਿਤ ਸੁਨੈ ਹਰ ਨਾਮ ਜਸ, ਉਹ ਪਾਪ ਵਿਸਾਹਨ ਜਾਏ। 52 ਨੰਬਰ ਸਲੋਕ ਦੇ ਵਿੱਚ ਕਬੀਰ ਜੀ ਕਿਰਪਾ ਕਰਦੇ ਹਨ, ਕਹਿੰਦੇ ਕਬੀਰ ਬੈਸਨਾ ਕੀ ਕੂਕਰ ਭਲੀ, ਸਾਕਤ ਕੀ ਬੁਰੀ ਮਾਏ। ਵੈਸ਼ਨਵ ਸਨਾਤਨੀ ਮਤ ਦੇ ਮੁਤਾਬਕ ਵਿਸ਼ਨੂੰ ਦੇ ਉਪਾਸ਼ਕ ਨੂੰ ਵੈਸ਼ਨਵ ਜਾਂ ਵੈਸ਼ਨੋ ਆਖਿਆ ਜਾਂਦਾ ਸੀ, ਪਰ ਗੁਰਮਤ ਦੇ ਵਿੱਚ ਵੈਸ਼ਨੋ ਤੋਂ ਭਾਵ ਸਰਵਵਿਆਪੀ ਕਰਤਾਰ ਦਾ ਉਪਾਸ਼ਕ। ਜਿਵੇਂ ਮਹਾਰਾਜ ਕਹਿੰਦੇ ਨੇ ਵੈਸ਼ਨੋ ਸੋ ਜੇ ਸੁਪਰ ਸੋ ਪ੍ਰਸੰਨ, ਵਿਸ਼ਨ ਕੀ ਮਾਇਆ 'ਤੇ ਹੋਏ ਭਿੰਨ। ਜਿੱਤੇ ਪਾਤਸ਼ਾਹ ਪੂਰੀ ਤਰ੍ਹਾਂ ਪ੍ਰਸੰਨ ਹੋ ਜਾਣ, ਜਿਹੜਾ ਵਿਸ਼ਨੂੰ ਦੀ ਮਾਇਆ ਤੋਂ ਹੀ ਭਿੰਨ ਹੋ ਜੇ, ਉਹ ਹੈ ਵੈਸ਼ਨੋ ਅਰਥਾਤ ਸਾਧ ਸੰਤ। ਮਹਾਰਾਜ ਕਹਿੰਦੇ ਵੈਸ਼ਨੋ ਕੀ ਕੂਕਰ ਭਲੀ, ਸਾਧੂਆਂ ਦੇ ਭਾਈ ਕੂਕਰੀ ਵੀ ਭਲੀ ਹੈ, ਚੰਗੀ ਹੈ। ਸਾਕਤ ਕੀ ਬੁਰੀ ਮਾਏ, ਅਤੇ ਜਿਹੜੇ ਸਾਕਤ ਅਰਥਾਤ ਸ਼ਕਤੀ ਦੇ ਉਪਾਸ਼ਕ ਮਾਦਾ ਪ੍ਰਸਤ ਪਦਾਰਥਵਾਦੀ ਨੇ, ਉਹਨਾਂ ਦੀ ਮਾਂ ਵੀ ਬੁਰੀ ਹੈ। ਕਿਉਂ? ਮਹਾਰਾਜ ਕਹਿੰਦੇ ਉਹ ਨਿਤ ਸੁਣੈ ਹਰ ਨਾਮ ਜਸ, ਉਹ ਪਾਪ ਵਿਸਾਹਨ ਜਾਏ। ਉਹ ਊੜੇ ਦਾ ਮੂੰਹ ਖੁੱਲ੍ਹਾ ਪਹਿਲੀ ਵਾਰੀ, ਦੂਸਰੀ ਵਾਰੀ ਊੜੇ ਨਾਲ ਔਂਕੜਾ ਧਿਆਨ ਰੱਖਣਾ। ਉਹ ਨਿਤ ਸੁਣੈ ਹਰ ਨਾਮ ਜਸ, ਅਤੇ ਮਹਾਰਾਜ ਕਹਿੰਦੇ ਉਹ ਅਰਥਾਤ ਜਿਹੜੀ ਸਾਧੂਆਂ ਦੀ ਕੂਕਰੀ ਆ, ਉਹ ਤਾਂ ਭਾਈ ਨਿਤ ਹਰੀ ਦੇ ਨਾਮ ਦਾ ਜਸ ਸੁਣਦੀ ਆ, ਬਹਿੰਦਿਆਂ ਉੱਠਦਿਆਂ ਸਾਧੂਆਂ ਦੇ ਕੋਲੋਂ, ਉਹਦਾ ਤਾਂ ਕਰਮ ਬਣਦਾ ਜਾਂਦਾ ਹੈ। ਮਹਾਰਾਜ ਕਹਿੰਦੇ ਉਹ ਪਾਪ ਵਿਸਾਹਨ ਜਾਏ, ਅਤੇ ਉਹ ਜਿਹੜੀ ਸਾਗਤਾਂ ਦੀ ਮਾਂ ਹੈ, ਉਹ ਪਾਤਸ਼ਾਹ ਕਹਿੰਦੇ ਪਾਪ ਵਿਆਜਣ ਜਾਂਦੀ ਹੈ। ਵਿਸਾਹਨ ਤੋਂ ਭਾਵ ਵਿਵਸਾਏ ਕਰਨਾ, ਵਣਜਣਾ, ਵਿਆਜਣਾ, ਖਰੀਦਣਾ ਜਾਂ ਮੁੱਲ ਲੈਣਾ ਆਦਿ। ਔਰ ਜਿਹੜੀ ਸਾਗਤਾਂ ਦੀ ਮਾਂ ਮਾਰੀ ਕਹਿੰਦੇ ਉਹ ਪਾਪ ਵਿਆਜਣ ਜਾਂਦੀ ਹੈ, ਪਾਪ ਮੁੱਲ ਲੈਣ ਜਾਂਦੀ ਹੈ। ਜਾਂ ਫਿਰ ਉਹ ਨਿਤ ਸੁਣੈ ਹਰ ਨਾਮ ਜਸ, ਉਹ ਪਾਪ ਵਿਸਾਹਨ ਜਾਏ ਦਾ ਅਰਥ ਕੀਤਾ ਜਾਂਦਾ ਹੈ ਕਿ ਸਾਧੂਆਂ ਦੀ ਕੂਕਰੀ ਤਾਂ ਭਲੀ ਆ, ਉਹ ਤਾਂ ਨਿਤ ਹਰੀ ਦੇ ਨਾਮ ਦਾ ਜਸ ਸੁਣਦੇ ਨੇ, ਅਤੇ ਸਾਗਤਾਂ ਦੀ ਮਾਂ ਤਾਂ ਬੁਰੀ ਹੈ। ਸਾਕਤ ਪਾਪ ਵਿਆਜਣ ਜਾਂਦੇ ਨੇ, ਵਣਜਣ ਜਾਂਦੇ ਨੇ, ਅਤੇ ਮਾਤਾ ਇਹੋ ਜਿਹੇ ਪਾਪੀ ਪੁੱਤਾਂ ਨੂੰ ਪੈਦਾ ਕਰਦੀ ਹੈ ਜਿਹੜੀ ਸਾਗਤਾਂ ਦੀ, ਉਹ ਤਾਂ ਕਰਕੇ ਬੁਰੀ ਹੈ ਜੀ। ਕਬੀਰ ਹਰ ਨਾ ਦੁਬਲਾ, ਇਹੋ ਹਰਿਆਰਾ ਤਾਲ। ਲਾਖ ਅਹੇਰੀ ਏਕ ਜੀਓ, ਕੇਤਾ ਬੰਚੋ ਕਾਲ। 53 ਨੰਬਰ ਸਲੋਕ ਦੇ ਵਿੱਚ ਕਬੀਰ ਜੀ ਕਥਨ ਕਰਦੇ ਹਨ ਕਿ ਜੀਵ ਰੂਪੀ ਹਰਨ ਤਾਂ ਵਿਚਾਰਾ ਦੁਬਲਾ ਅਰਥਾਤ ਦੁਬਲਾ ਜਾਂ ਕਮਜ਼ੋਰ ਜਿਹਾ ਹੈ, ਭਾਵ ਸਿਮਰਨ ਬੰਦਗੀ ਜਾਂ ਭਗਤੀ ਦੇ ਪ੍ਰਤਾਪ ਤੋਂ ਹੀਣੀ ਹੈ। ਜੀਵ ਰੂਪੀ ਆਤਮਾ
ਪਰ ਸੰਸਾਰ ਰੂਪੀ ਤਾਲ ਜਾਂ ਤਲਾਬ ਤਾਂ ਪਾਤਸ਼ਾਹ ਕਹਿੰਦੇ ਬੜਾ ਹਰਿਆਰਾ ਅਰਥਾਤ ਹਰਿਆ ਭਰਿਆ ਹਰਿਆਲੀ ਵਾਲਾ ਹੈ। ਜਿਵੇਂ ਤਾਲ ਦੀ ਹਰਿਆਲੀ ਹਿਰਨ ਦੀ ਕਮਜ਼ੋਰੀ ਹੋਇਆ ਕਰਦੀ ਹੈ, ਐਵੇਂ ਸੰਸਾਰੀ ਭੋਗ ਪਦਾਰਥ ਵੀ ਜੀਵ ਰੂਪੀ ਹਿਰਨ ਨੂੰ ਲੁਭਾਏਮਾਨ ਕਰਦੇ ਹਨ। ਕਹਿੰਦੇ ਕਬੀਰ ਹਰਨਾ ਦੂਬਲਾ ਇਹੋ ਹਰਿਆਰਾ ਤਾਲ। ਔਰ ਸ਼ਿਕਾਰੀ ਲੋਕ ਵੀ ਅਕਸਰ ਉਸੇ ਜਗ੍ਹਾ ਜਾ ਕੇ ਘਾਤ ਲਾਇਆ ਕਰਦੇ ਸਨ ਜਿੱਥੇ ਹਰਿਆਲੀ ਵੱਧ ਹੋਵੇ। ਇਸੇ ਕਰਕੇ ਕਹਿੰਦੇ ਲਾਖ ਅਹੇਰੀ ਏਕ ਜੀਓ ਕੇਤਾ ਬੰਚੋ ਕਾਲ। ਅਹੇਰੀ ਸੰਸਕ੍ਰਿਤ ਦੇ ਅਖੇਟੀ ਸ਼ਬਦ ਤੋਂ ਬਣਿਆ, ਜਿਸ ਦਾ ਅਰਥ ਹੈ ਸ਼ਿਕਾਰ ਕਰਨ ਵਾਲਾ ਸ਼ਿਕਾਰੀ। ਮਹਾਰਾਜ ਕਹਿੰਦੇ ਲਾਖ ਅਹੇਰੀ ਏਕ ਜੀਓ, ਅਤੇ ਅਕਾਲ ਪੁਰਖ ਵਾਹਿਗੁਰੂ ਜੀਓ ਲੱਖਾਂ ਹੀ ਅਹੇਰੀ ਵਿਕਾਰਾਂ ਰੂਪੀ ਜਿਹੜੇ ਸ਼ਿਕਾਰੀ ਨੇ ਘਾਤ ਲਾ ਕੇ ਬੈਠੇ ਨੇ ਭੋਗ ਪਦਾਰਥਾਂ ਰੂਪੀ ਹਰਿਆਲੀ ਦੇ ਵਿੱਚ ਸੰਸਾਰ ਰੂਪੀ ਸਮੁੰਦਰ ਦੇ ਕੰਢੇ 'ਤੇ ਪਾਤਸ਼ਾਹ ਤੁਹਾਡੀ ਮਿਹਰ ਤੋਂ ਬਿਨਾਂ ਮੈਂ ਕਿੰਨਾ ਕੁ ਚਿਰ ਬਚ ਸਕਦਾ, ਭਾਵ ਨਹੀਂ ਬਚ ਸਕਦਾ ਜੀ। ਕਬੀਰ ਗੰਗਾ ਤੀਰ ਜੋ ਕਰ ਕਰ ਹੈ, ਪੀਵਹਿ ਨਿਰਮਲ ਨੀਰਾ। ਬਿਨ ਹਰ ਭਗਤ ਨ ਮੁਕਤ ਹੋਏ, ਯੋ ਕਹਿ ਰਮੇ ਕਬੀਰਾ। 54 ਨੰਬਰ ਸਲੋਕ ਦੇ ਵਿੱਚ ਕਬੀਰ ਜੀ ਕਥਨ ਕਰਦੇ ਹਨ। ਕਹਿੰਦੇ ਕਬੀਰ ਗੰਗਾ ਤੀਰ ਜੋ ਘਰ ਕਰਹੇ। ਤੀਰ ਕਹਿੰਦੇ ਨੇ ਕੰਢੇ ਨੂੰ। ਬੇਸ਼ੱਕ ਕੋਈ ਇਨਸਾਨ ਗੰਗਾ ਦੇ ਕੰਢੇ 'ਤੇ ਘਰ ਬਣਾ ਲਵੇ। ਪੀਵਹਿ ਨਿਰਮਲ ਨੀਰ, ਅਤੇ ਚੱਤੋ ਪੈਰ ਕਬੀਰ ਜੀ ਕਹਿੰਦੇ ਗੰਗਾ ਦਾ ਨਿਰਮਲ ਨੀਰ ਅਰਥਾਤ ਸਵੱਛ ਜਲ ਜਾਂ ਸਾਫ ਪਾਣੀ ਪੀਂਦਾ ਰਹੇ। ਪਰ ਫਿਰ ਵੀ ਕਬੀਰ ਜੀ ਕਹਿੰਦੇ ਬਿਨ ਹਰ ਭਗਤ ਨ ਮੁਕਤ ਹੋਏ, ਯੋ ਕਹਿ ਰਮੇ ਕਬੀਰਾ। ਨਿਰਮਲ ਗੰਗਾ ਜਲ ਪੀਣ ਦੇ ਬਾਵਜੂਦ ਵੀ ਹਰੀ ਦੀ ਭਗਤੀ ਤੋਂ ਬਿਨਾਂ, ਪਰਮੇਸ਼ਰ ਦੀ ਆਰਾਧਨਾ ਤੋਂ ਬਿਨਾਂ ਕੋਈ ਜੀਵ ਮੁਕਤ ਨਹੀਂ ਹੋ ਸਕਦਾ। ਇਉਂ ਕਹਿ ਰਮੇ ਕਬੀਰ। ਇਹ ਗੱਲ ਆ ਕੇ ਕਬੀਰ ਜੀ ਰਮੇ ਅਰਥਾਤ ਚੱਲਦੇ ਬਣੇ, ਰਮੇ ਤੋਂ ਭਾਵ ਚੱਲਦੇ ਬਣੇ ਹੁੰਦਾ, ਜਾਂ ਫਿਰ ਰਮੇ ਤੋਂ ਭਾਵ ਸਿਮਰਨ ਕਰਨਾ ਵੀ ਹੁੰਦਾ। ਅਰਥਾਤ ਇਹ ਗੱਲ ਆ ਕੇ ਕਬੀਰ ਜੀ ਹਰੀ ਨੂੰ ਸਿਮਰਨਾ ਕੀਤਾ, ਜਾਂ ਫਿਰ ਰਮਣਾ ਹਰੀ ਦੇ ਵਿੱਚ ਲੀਨ ਹੋਣਾ ਵੀ ਹੁੰਦਾ। ਅਰਥਾਤ ਇਸ ਵਿਚਾਰਧਾਰਾ ਦੇ ਧਾਰਨੀ ਹੋ ਕੇ ਕਬੀਰ ਜੀ ਹਰੀ ਦੇ ਵਿੱਚ ਲੀਨ ਹੋ ਗਏ ਜੀ। ਕਬੀਰ ਮਨ ਨਿਰਮਲ ਪਾਇਆ, ਜੈਸਾ ਗੰਗਾ ਨੀਰ। ਪਾਛਾ ਲਾਗੋ ਹਰ ਫਿਰੈ, ਕਹਿਤ ਕਬੀਰ ਕਬੀਰ। 55 ਨੰਬਰ ਸਲੋਕ ਦੇ ਵਿੱਚ ਕਬੀਰ ਜੀ ਕਿਰਪਾ ਕਰਦੇ ਹਨ। ਕਹਿੰਦੇ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ। ਹੁਣ ਕਹਿੰਦੇ ਸਾਡਾ ਮਨ ਹੀ ਪਵਿੱਤਰ ਹੋ ਗਿਆ, ਸ਼ੁੱਧ ਹੋ ਗਿਆ ਗੰਗਾ ਦੇ ਨੀਰ ਵਰਗਾ, ਗੰਗਾ ਦੇ ਜਲ ਵਰਗਾ। ਕਹਿੰਦੇ ਪਾਛੇ ਲਾਗੋ ਹਰ ਫਿਰੈ, ਕਹਿਤ ਕਬੀਰ ਕਬੀਰ। ਹੁਣ ਸਾਨੂੰ ਹਰੀ ਦੇ ਪਿੱਛੇ ਪਿੱਛੇ ਭੱਜਣ ਦੀ ਕੋਈ ਲੋੜ ਨਹੀਂ, ਸਗੋਂ ਉਲਟਾ ਹੁਣ ਤਾਂ ਕਬੀਰ ਜੀ ਕਹਿੰਦੇ ਹਰੀ ਸਾਡੇ ਪਿੱਛੇ ਲੱਗਾ ਫਿਰਦਾ, ਸਾਨੂੰ ਕਬੀਰਾ ਕਬੀਰਾ ਕਰਦਾ ਫਿਰਦਾ ਹੈ ਜੀ। ਕਬੀਰ ਹਰਦੀ ਪਿਆਰੀ, ਚੂਨਾ ਉਜਲ ਪਾਏ। ਰਾਮ ਸਨੇਹੀ ਤੋ ਮਿਲੈ, ਦੋਨੋਂ ਵਰਨ ਗਵਾਏ। 56 ਨੰਬਰ ਸਲੋਕ ਦੇ ਵਿੱਚ ਕਬੀਰ ਜੀ ਕਿਰਪਾ ਕਰਦੇ ਹਨ। ਕਹਿੰਦੇ ਕਬੀਰ ਹਰਦੀ ਪਿਆਰੀ, ਚੂਨਾ ਉਜਲ ਪਾਏ। ਕਹਿੰਦੇ ਹਲਦੀ ਪੀਲੇ ਰੰਗ ਦੀ ਹੈ, ਚੂਨਾ ਚਿੱਟੇ ਰੰਗ ਦਾ, ਚਿੱਟੀ ਭਾਅ ਦਾ ਹੈ। ਰਾਮ ਸਨੇਹੀ ਤੋ ਮਿਲੈ, ਦੋਨੋਂ ਵਰਨ ਗਵਾਏ। ਪਰ ਪਿਆਰਾ ਰਾਮ ਤਾਂ ਹੀ ਮਿਲਦਾ ਜੇ ਦੋਵਾਂ ਰੰਗਾਂ ਦੇ ਅਸਰ ਨੂੰ ਮੇੜ ਦਿੱਤਾ ਜਾਵੇ ਮਨ ਤੋਂ। ਅਰਥਾਤ 4 ਤਰ੍ਹਾਂ ਦਾ ਰੰਗ ਲਿਖਿਆ, 4 ਵਰਨਾਂ ਦੇ ਲੋਕਾਂ ਦਾ ਵੇਦਾਂ ਔਰ ਸ਼ਾਸਤਰਾਂ ਦੇ ਵਿੱਚ। ਬ੍ਰਾਹਮਣ ਦਾ ਚਿੱਟਾ, ਕਸ਼ਤਰੀ ਦਾ ਲਾਲ, ਵੈਸ਼ ਦਾ ਪੀਲਾ ਅਤੇ ਸ਼ੂਦਰ ਦਾ ਕਾਲਾ। ਇੱਥੇ ਇਸ ਸਲੋਕ ਦੇ ਵਿੱਚ ਕਬੀਰ ਜੀ ਦਾ ਭਾਵ ਕੋਈ ਹਲਦੀ ਔਰ ਆਟੇ ਦੇ ਰੰਗ ਤੋਂ ਜਾਣੂ ਕਰਵਾਉਣਾ ਨਹੀਂ ਲੋਕਾਂ ਨੂੰ, ਸਗੋਂ ਹਰਦੀ ਪਿਆਰੀ ਤੋਂ ਭਾਵ ਕਿ ਇੱਕ ਵਰਗ ਵਿਸ਼ੇਸ਼ ਦੇ ਦੁਆਰਾ ਨੀਚ ਕਿਹਾ ਜਾਂਦਾ ਕੁਝ ਲੋਕਾਂ ਨੂੰ। ਔਰ ਚੂਨਾ ਉਜਲ ਪਾਏ ਤੋਂ ਭਾਵ ਉੱਤਮ ਸਮਝੀ ਬੈਠੇ ਹਨ ਆਪਣੇ ਆਪ ਨੂੰ ਕੁਝ ਇੱਕ ਲੋਕ। ਪਰ ਕਬੀਰ ਜੀ ਕਹਿੰਦੇ ਰਾਮ ਸਨੇਹੀ ਤੋ ਮਿਲੇ, ਦੋਨੋਂ ਵਰਨ ਗਵਾਏ। ਭਾਵ ਪਿਆਰਾ ਰਾਮ ਤਾਂ ਹੀ ਮਿਲਦਾ ਹੈ
ਜੇ ਦੋਹਾਂ ਰੰਗਾਂ ਦੇ ਪ੍ਰਭਾਵ ਨੂੰ ਮੇੜ ਦਿੱਤਾ ਜਾਵੇ ਆਪਣੇ ਮਨ ਤੋਂ, ਅਰਥਾਤ ਨੀਚ ਆਖੀ ਜਾਣ ਵਾਲੀ ਪੀੜਤ ਧਿਰ ਆਪਣੇ ਨੀਵੇਂ ਹੋਣ ਦੀ ਗਲਾਨੀ ਭਾਵ ਘਿਰਣਾ ਜਾਂ ਨਫ਼ਰਤ ਛੱਡ ਦੇਵੇ ਅਤੇ ਆਪਣੇ ਆਪ ਨੂੰ ਕੁੱਲ ਲੋਕਾਈ ਨਾਲੋਂ ਉੱਚਾ ਹੋਣ ਦਾ ਭਰਮ ਪਾਲਣ ਵਾਲਾ ਹੰਕਾਰੀ ਪੁਰਸ਼ ਉੱਚਾ ਹੋਣ ਦਾ ਹੰਕਾਰ ਛੱਡ ਦੇਵੇ ਜੀ। ਕਬੀਰ ਹਰਦੀ ਪੀਰ ਤਨ ਹਾਰੈ, ਚੂਨ ਚਹਿਨ ਨਾ ਰਹਾਏ। ਬਲਿਹਾਰੀ ਇਹ ਪ੍ਰੀਤ ਕਾ, ਜਿਹ ਜਾਤ ਬਰਨ ਕੁਲ ਜਾਏ। ਕਬੀਰ ਹਰਦੀ ਪੀਰ ਰਤਨ ਹਰੈ, ਇਹਨੂੰ ਪੀਰ ਤਾਂ ਨਹੀਂ ਪੜ੍ਹਨਾ, ਉਹ ਤਨ ਦੀ ਪੀਰ ਹੁੰਦੀ ਹੈ। ਪੀਰ ਰਤਨ ਅਰਥਾਤ ਪਿਲੱਤਣ ਜਾਂ ਪੀਲਾਪਣ। ਹਰਦੀ ਪੀਰ ਰਤਨ ਹਰੈ ਅਰਥਾਤ ਹਲਦੀ ਆਪਣਾ ਪੀਲਾਪਣ ਦੂਰ ਕਰ ਦਿੰਦੀ ਹੈ, ਗਵਾ ਦਿੰਦੀ ਹੈ। ਭਾਵ ਆਪਣੇ ਆਪ ਨੂੰ ਨੀਚ ਸਮਝਣ ਵਾਲਾ ਜੀਵ ਨੀਵੇਂ ਹੋਣ ਦੀ ਸ਼ਰਮਿੰਦਗੀ ਛੱਡ ਦਿੰਦਾ ਹੈ ਪ੍ਰਭੂ ਭਗਤੀ ਦੇ ਸਦਕਾ। ਔਰ ਚੂਨ ਚਿਹਨ ਨਾ ਰਹਾਏ, ਚੂਨੇ ਦੇ ਵਿੱਚ ਵੀ ਚਟਿਆਈ ਦਾ ਕੋਈ ਚਿਹਨ ਜਾਂ ਨਾਮੋ ਨਿਸ਼ਾਨ, ਭਾਵ ਉੱਚਿਆਂ ਦੇ ਵਿੱਚ ਉੱਚਤਾ ਦਾ ਹੰਕਾਰ ਘੁਮੰਡ ਜਾਂ ਗੁਮਾਨ ਰਹਿ ਨਹੀਂ ਜਾਂਦਾ। ਪਰ ਇਹ ਸਾਰੀ ਤਬਦੀਲੀ ਆਉਂਦੀ ਕਿੱਥੋਂ ਹੈ? ਪ੍ਰਭੂ ਪ੍ਰੀਤ ਦੇ ਵਿੱਚੋਂ। ਕਬੀਰ ਜੀ ਕਹਿੰਦੇ ਬਲਿਹਾਰੀ ਇਹ ਪ੍ਰੀਤ ਕਾ, ਜਿਹ ਜਾਤ ਬਰਨ ਕੁਲ ਜਾਏ। ਬਲਿਹਾਰੇ ਜਾਵਾਂ ਸਦਕੇ ਵਜਾਵਾਂ, ਵਾਰਨੇ ਕੁਰਬਾਨ ਜਾਵਾਂ ਮੈਂ ਪ੍ਰਭੂ ਦੀ ਪ੍ਰੀਤ ਤੋਂ, ਜਿਹਨੇ ਮੇਰੇ ਅੰਦਰੋਂ ਜਾਤ ਵਰਨ ਅਤੇ ਕੁਲ ਦੇ ਜਿਹੜਾ ਹੰਕਾਰ ਨੂੰ ਜਾਂ ਗਿਲਾਨੀ ਨੂੰ ਕੱਢ ਹੀ ਦਿੱਤਾ ਜੀ। ਕਬੀਰ ਮੁਕਤ ਦੁਆਰਾ ਸ਼ੰਕਰਾ, ਰਾਈ ਦਸਵੇਂ ਪਾਏ। ਮਨ ਤੋਂ ਮੈਗਲ ਹੋਏ ਰਹਿਓ, ਨਿਕਸੋ ਕਿਉਂ ਕਹਿ ਜਾਏ। 58 ਨੰਬਰ ਸ਼ਲੋਕ ਦੇ ਵਿੱਚ ਕਬੀਰ ਜੀ ਕਿਰਪਾ ਕਰਦੇ ਹਨ। ਕਹਿੰਦੇ ਕਬੀਰ ਮੁਕਤ ਦੁਆਰਾ ਸ਼ੰਕਰਾ, ਮੁਕਤ ਦੁਆਰਾ ਤੋਂ ਭਾਵ ਮੁਕਤੀ ਦਾ ਦਰਵਾਜ਼ਾ ਅਰਥਾਤ ਉਹ ਬੂਹਾ ਜਿਹਦੇ ਵਿੱਚ ਦੀ ਲੰਘ ਕੇ ਜੀਵ ਮੋਕਸ਼ ਮੁਕਤੀ ਜਾਂ ਮੋਖ ਨੂੰ ਪ੍ਰਾਪਤ ਹੋਵੇ। ਜਿਹਨੂੰ ਜਪਜੀ ਸਾਹਿਬ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਮੋਖ ਦੁਆਰਾ ਕਹਿੰਦੇ ਨੇ। ਮੰਨੈ ਭਾਵ ਹੈ ਮੋਖ ਦੁਆਰ। ਸੋ ਮੁਕਤ ਦੁਆਰਾ ਤੋਂ ਭਾਵ ਦਸਮ ਦੁਆਰਾ ਅਰਥਾਤ ਦਸਵੇਂ ਅੰਤਸ਼ਕਰਨ ਰੂਪੀ ਘਰ ਦੇ ਵਿੱਚ ਮਨ ਦੇ ਦੁਆਰਾ ਦਾਖਲ ਹੋਣ ਦੇ ਲਈ ਸੁਖਮਣਾ ਰੂਪ ਦਰਵਾਜ਼ਾ, ਜੋ ਗੁਰੂ ਮਹਾਰਾਜ ਦੀ ਕਿਰਪਾ ਤੋਂ ਪਹਿਲਾਂ ਸੁਖਮਣਾ ਦੀ ਜੜ੍ਹ ਦੇ ਵਿੱਚ ਕੁੰਡਲਨੀ ਜਾਂ ਭੁਜੰਗਮਾ ਨਾੜੀ ਦੇ 3.5 ਕੁੰਡਲਾਂ ਦੇ ਕਰਕੇ ਸੰਕਰਾ ਅਰਥਾਤ ਸੰਕੁਚਿਤ ਤੰਗ ਜਾਂ ਭੀੜਾ ਹੁੰਦਾ ਹੈ। ਮਾਨੋ ਰਾਈ ਸਰੋਂ ਦੇ ਦਾਣੇ ਦਾ ਵੀ 10ਵਾਂ ਹਿੱਸਾ ਰਾਈ ਦਸਵੇਂ ਭਾਏ। ਔਰ ਦੂਜੇ ਬੰਨੇ ਮਾਰੇ ਕਹਿੰਦੇ ਮਨ ਤੋਂ ਮੈਗਲ ਹੋਏ ਰਹਿਓ, ਨਿਕਸਿਓ ਕਿਉਂ ਕਹਿ ਜਾਏ। ਜਿਹੜਾ ਮਨ ਹੈ ਸਾਡਾ, ਜਿਹਨੇ ਇਸ ਤੰਗ ਦਰਵਾਜ਼ੇ ਥਾਣੀ ਲੰਘ ਕੇ 10ਵੇਂ ਘਰ ਦੇ ਵਿੱਚ ਦਾਖਲ ਹੋਣਾ, ਉਹ ਤਾਂ ਮਹਾਰਾਜ ਕਹਿੰਦੇ ਮੈਗਲ ਅਰਥਾਤ ਹੰਕਾਰ ਰੂਪ ਹਾਥੀ ਬਣਿਆ ਫਿਰਦਾ ਹੈ। ਔਰ ਹਾਥੀ ਰੂਪ ਹੰਕਾਰੀ ਮਨ ਇਸ ਤੰਗ ਦਰਵਾਜ਼ੇ ਥਾਣੀ ਲੰਘ ਕੇ 10ਵੇਂ ਘਰ ਦੇ ਵਿੱਚ ਕਿਵੇਂ ਪ੍ਰਵੇਸ਼ ਕਰ ਸਕਦਾ ਹੈ? ਅਰਥਾਤ ਨਹੀਂ ਕਰ ਸਕਦਾ ਜੀ। ਕਬੀਰ ਐਸਾ ਸਤਿਗੁਰ ਜੇ ਮਿਲੈ, ਤੁਠਾ ਕਰ ਪਸਾਓ। ਮੁਕਤ ਦੁਆਰਾ ਮੁਕਲਾ, ਸਹਜੇ ਆਵੋ ਜਾਓ। 59 ਨੰਬਰ ਸ਼ਲੋਕ ਦੇ ਵਿੱਚ ਕਬੀਰ ਜੀ ਕਿਰਪਾ ਕਰਦੇ ਹਨ। ਕਹਿੰਦੇ ਕਬੀਰ ਐਸਾ ਸਤਿਗੁਰ ਜੇ ਮਿਲੈ, ਤੁਠਾ ਕਰੇ ਪਸਾਓ। ਕਿ ਜੇਕਰ ਕਿਤੇ ਸਾਡਿਆਂ ਵੱਡਿਆਂ ਭਾਗਾਂ ਦੇ ਸਦਕਾ ਇਹੋ ਜਿਹਾ ਸਤਿਗੁਰੂ ਮੈਨੂੰ ਮਿਲ ਪਵੇ, ਜਿਹੜਾ ਤੁਠਾ ਕਰੇ ਪਸਾਓ। ਤੁਠਾ ਅਰਥਾਤ ਤਰੁੱਠ ਕੇ ਭਾਵ ਤੁਸ਼ਟ ਜਾਂ ਖੁਸ਼ ਹੋ ਕੇ ਮੇਰੇ ਤੇ ਪਸਾਓ, ਭਾਵ ਪ੍ਰਸਾਦ ਜਾਂ ਕਿਰਪਾ ਕਰ ਦੇਵੇ। ਅਤੇ ਮੁਕਤ ਦੁਆਰਾ ਮੋਕਲਾ, ਸਹਿਜੇ ਆਵੋ ਜਾਓ। ਮੁਕਤ ਦੁਆਰਾ ਜੋ ਮੂਲ ਰੂਪ ਦੇ ਵਿੱਚ ਅਤਿਅੰਤ ਭੀੜਾ ਅਰਥਾਤ ਰਾਈ ਸਰੋਂ ਦੇ ਦਾਣੇ ਦਾ ਵੀ 10ਵਾਂ ਹਿੱਸਾ ਹੈ, ਉਹ ਸਤਿਗੁਰੂ ਪਾਤਸ਼ਾਹ ਜੀਆਂ ਦੀ ਕਿਰਪਾ ਦੇ ਦੁਆਰਾ ਮੋਕਲਾ ਅਰਥਾਤ ਖੁੱਲ੍ਹਾ ਚੌੜਾ ਜਾਂ ਵਿਸ਼ਾਲ ਹੋ ਜਾਵੇ। ਜਿਵੇਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਨੇ, ਕਹਿੰਦੇ ਭੀੜ ਹੋ ਮੋਕਲਾਈ ਕੀਤੀ ਅਨ ਸਭ ਰੱਖਿਆ ਕੁਟੁੰਬਾਂ ਨਾਲ। ਮਹਾਰਾਜਾ ਗ੍ਰਸਤ ਜਾਂ ਪਰਿਵਾਰ ਦੇ ਵਿੱਚ ਰਹਿੰਦਿਆਂ ਹੀ ਕਿਰਪਾ ਕਰ ਦਿੰਦੇ ਨੇ। ਔਰ ਮਹਾਰਾਜ ਕਬੀਰ ਪਾਤਸ਼ਾਹ ਵੀ ਕਹਿੰਦੇ ਸਹਿਜੇ ਆਵੋ ਜਾਓ। ਔਰ ਮੇਰਾ ਮੁਕਤੀ ਦੇ ਦੁਆਰ
ਅਰਥਾਤ ਦਰਵਾਜ਼ੇ ਥਾਣੀ ਮੁਕਤੀ ਦੇ ਘਰ ਭਾਵ ਦਸਵੇਂ ਘਰ ਭਾਵ ਸਹਿਜ ਅਡੋਲ ਜਾਂ ਸਮਾਧੀ ਅਵਸਥਾ ਦੇ ਵਿੱਚ ਆਉਣਾ ਜਾਣਾ ਸਹਿਜ ਅਰਥਾਤ ਸੁਭਾਵਕ ਜਾਂ ਨਿਰਯਤਨ ਭਾਵ ਬਿਨਾਂ ਕਿਸੇ ਵਿਸ਼ੇਸ਼ ਕਠਿਨ ਘਾਲਣਾ ਤੋਂ ਹੀ ਹੋ ਜਾਵੇ ਜੀ। ਕਬੀਰ ਨਾਮ ਹੈ ਸ਼ਾਨ ਨਸ਼ਾ ਭਰੀ, ਨਾਮ ਹੈ ਕਰ ਨਹੀਂ ਗਾ, ਮਤ ਹਰ ਪੁੱਛੈ ਕੌਣ ਹੈ, ਮੇਰੇ ਜਾਤ ਨ ਨਾਉ। 60 ਨੰਬਰ ਸ਼ਲੋਕ ਦੇ ਵਿੱਚ ਕਬੀਰ ਜੀ ਕਥਨ ਕਰਦੇ ਹਨ, ਕਹਿੰਦੇ ਨਾਮ ਮੋਹਿ ਸ਼ਾਨ ਨ ਛਾਪਰੀ। ਮੋਹੇ ਦੇ ਮੰਮੇ ਨੂੰ ਹੋੜਾ ਵੀ ਲੱਗਾ, ਔਂਕੜ ਵੀ ਲੱਗਾ। ਜਦੋਂ ਕਿਸੇ ਅੱਖਰ ਨੂੰ ਲਘੂ ਔਰ ਦੀਰਘ ਦੋਵੇਂ ਮਾਤਰਾਵਾਂ ਹੋਣ ਤਾਂ ਉਚਾਰਨ ਦੀਰਘ ਦਾ ਹੁੰਦਾ, ਇੱਥੇ ਹੋੜੇ ਦਾ ਉਚਾਰਨ ਹੋਣਾ, ਔਂਕੜ ਦਾ ਉਚਾਰਨ ਆਪੇ ਆ ਜਾਣਾ ਵਿੱਚ। ਕਬੀਰ ਨਾਮ ਮੋਹਿ ਸ਼ਾਨ ਨ ਛਾਪਰੀ। ਲੱਕੜ ਦੀਆਂ ਥੰਮੀਆਂ ਜਾਂ ਕੱਚੀਆਂ ਕੰਧਾਂ ਦੇ ਉੱਪਰ ਬਣੀ ਘਾਹ ਫੂਸ ਅਤੇ ਕੱਖ ਪਰਾਲ ਦੀ ਛੱਤ ਨੂੰ ਛੰਨ ਜਾਂ ਛਪਰੀ ਆਦਿ ਕਿਹਾ ਜਾਂਦਾ ਹੈ। ਕਬੀਰ ਜੀ ਕਥਨ ਕਰਦੇ ਹਨ ਕਿ ਨਾ ਤਾਂ ਮੇਰੀ ਕੋਈ ਛੰਨ ਨਾ ਛਪਰੀ ਹੈ, ਨਾ ਘਰ ਅਤੇ ਨਾ ਹੀ ਗਾਉਂ ਅਰਥਾਤ ਪਿੰਡ ਹੈ। ਭਾਵ ਮੇਰੀ ਆਤਮਾ ਇਹਨਾਂ ਸਾਰੀਆਂ ਭੌਤਿਕ ਜਾਂ ਸੰਸਾਰੀ ਚੀਜ਼ਾਂ ਤੋਂ ਬੇਲਾਗ ਹੈ। ਕਹਿੰਦਾ ਮਤ ਹਰ ਪੁੱਛਾ ਕੌਣ ਹੈ, ਮੇਰੇ ਜਾਤ ਨ ਨਾਉ। ਮਤਾ ਹਰੀ ਪੁੱਛੇ ਕਿ ਤੂੰ ਕੌਣ ਹੈ, ਔਰ ਮੈਂ ਇਹ ਦੱਸ ਕੇ ਫਿਰ ਪੁਨਰ ਜਨਮ ਦੇ ਚੱਕਰ ਵਿੱਚ ਫਸ ਜਾਵਾਂ ਕਿ ਮੇਰਾ ਨਾਮ ਕਬੀਰ ਹੈ। ਜਾਤ ਦਾ ਮੈਂ ਮੁਸਲਮਾਨ ਜੁਲਾਹਾ ਹਾਂ ਔਰ ਕਾਂਸ਼ੀ ਦੇ ਰਹਿਣ ਵਾਲਾ ਹਾਂ, ਉੱਥੇ ਮੇਰੀ ਸ਼ਾਨ ਛਪਰੀ ਜਾਂ ਘਰ ਹੈ। ਇਸੇ ਕਰਕੇ ਕਹੇ ਭਾਈ ਮੇਰੀ ਕੋਈ ਸ਼ਾਨ ਛਪਰੀ ਘਰ ਜਾਂ ਪਿੰਡ ਦੇ ਨਾਲ ਨਾਲ ਮੇਰੀ ਕੋਈ ਜਾਤ ਔਰ ਨਾਮ ਵੀ ਨਹੀਂ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।